ਜਿੰਨੇ ਵੀ ਸੰਸਾਰ 'ਚ ਮੱਤਾਂ ਗਿਣੀਆਂ ਜਾਂਦੀਆਂ ਨੇ ਉਹ ਸਾਰੀਆਂ ਹੀ ਕਰਮ 'ਤੇ ਨਿਰਭਰ ਨੇ, ਵੀ ਕਰਮ ਕਰਕੇ ਇਨਸਾਨ ਦਾ ਜਨਮ ਹੋਇਆ। ਪਰ ਗੁਰਬਾਣੀ ਵਿੱਚ ਸਭ ਤੋਂ ਪਹਿਲਾਂ ਰਵਿਦਾਸ ਭਗਤ ਨੇ ਇਹ ਸਵਾਲ ਖੜ੍ਹਾ ਕੀਤਾ ਵੀ ਜੇ ਕਰਮ ਕਰਕੇ ਇਨਸਾਨ ਦਾ ਜਨਮ ਹੋਇਆ ਤਾਂ ਸਭ ਤੋਂ ਪਹਿਲਾ ਜਨਮ ਸੀਗਾ ਉਸ ਦੀ ਸ਼ੁਰੂਆਤ ਕਿਵੇਂ ਹੋਈ। ਜਿਵੇਂ ਕਹਿੰਦੇ ਆ ਵੀ ਹੁਣ ਦਾ ਮੌਜੂਦਾ ਜਿਹੜਾ ਸਾਡਾ ਜਨਮ ਆ ਉਹ ਪਿਛਲੇ ਜਨਮ ਦੇ ਕਰਮਾਂ ਕਰਕੇ ਮਿਲਦਾ ਸਾਨੂੰ। ਮੰਨ ਲਓ 100 ਨੰਬਰ ਜਿਹੜਾ ਜਨਮ ਆ ਉਹ 99 ਨੰਬਰ ਜਨਮ ਦੇ ਕਰਮਾਂ ਕਰਕੇ ਹੋਇਆ, 99 ਵਾਲਾ 98 ਨੰਬਰ ਦੇ। ਐਵੇਂ ਜਦੋਂ ਸ਼ੁਰੂਆਤ ਹੋਈ ਸੀ, ਜਦੋਂ 1 ਨੰਬਰ ਜਨਮ ਸੀਗਾ ਉਹ ਕਿਹੜੇ ਜਨਮ ਦੇ ਕਰਮਾਂ ਕਰਕੇ ਸ਼ੁਰੂਆਤ ਹੋਈ ਸੀਗੀ। 0 'ਚ ਤਾਂ ਕੁਛ ਹੈ ਹੀ ਨਹੀਂ ਗਾ, ਫਿਰ ਉਦੋਂ ਕਰਮ ਵੀ ਨਹੀਂ ਗਾ, ਉਹ ਸ਼ੁਰੂਆਤ ਕਿਵੇਂ ਹੋਈ ਸੀਗੀ। ਬਾਕੀ ਅਦਰ ਧਰਮ ਇਹ ਗੱਲ ਨੂੰ ਮੰਨਦੇ ਨੇ। ਬੁੱਧ ਕਰਮਾਂ 'ਤੇ ਖੜ੍ਹਾ ਸਾਰਾ, ਬੁੱਧ ਧਰਮ, ਸਨਾਤਨ ਮੱਤ, ਹਿੰਦੂ ਮੱਤ ਜਿਹਨੂੰ ਕਹਿੰਦੇ ਆ ਉਹ ਵੀ ਕਰਮ 'ਤੇ ਖੜ੍ਹੀ ਆ, ਵੀ ਪਾਪ ਪੁੰਨ ਹੁੰਦੇ ਆ, ਕਰਮ ਨਹੀਂ, ਚੰਗੇ ਕਰਮ ਕਰਨੇ ਆ, ਤੀਰਥਾਂ 'ਤੇ ਜਾਣਾ, ਇਹ ਸਾਰਾ ਕਰਮਾਂ 'ਤੇ ਖੜ੍ਹਾ। ਸੋ ਕਾਲਡ ਜੋ ਅੱਜ ਦੇ ਸਿੱਖ ਨੇ ਉਹ ਵੀ ਜ਼ਿਆਦਾਤਰ ਕਰਮਾਂ 'ਤੇ ਹੀ ਖੜ੍ਹੇ ਨੇ, ਪਰ ਜਿਨ੍ਹਾਂ ਨੂੰ ਅਸਲੀਅਤ ਪਤਾ ਉਹਨਾਂ ਨੂੰ ਪਤਾ। ਇਸਲਾਮ ਮਤ ਉਹ ਵੀ ਕਹਿੰਦੇ ਨੇ ਵੀ ਚੰਗੇ ਕਰਮ ਕਰਨੇ ਨੇ, ਕਿਆਮਤ ਦੇ ਦਿਨ ਸਾਰਿਆਂ ਦੇ ਕਰਮਾਂ ਦਾ ਲੇਖਾ ਜੋਖਾ ਹੋਊਗਾ, ਵੀ ਚੰਗੇ ਕਰਮ ਕਰਕੇ ਆਪਾਂ ਨੇ ਰੱਖ ਲੈਣੇ ਆ। ਸਾਰੇ ਕਰਮਾਂ 'ਤੇ ਆਧਾਰਿਤ ਨੇ। ਅਸਲ 'ਚ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਸੀ ਉਹ ਗੁਰਬਾਣੀ ਦੇ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਹੀ ਦੱਸਤਾ। ਇਹ 10ਵੇਂ ਗ੍ਰੰਥ 'ਚ ਵੀ ਪੜ੍ਹ ਚੁੱਕੇ ਹਾਂ ਉਹ ਗੱਲ। ਪ੍ਰਥਮ ਕਾਲ ਸਭ ਜਬ ਕੋ ਤਾਤਾ, ਤਾਤੇ ਤੇਜ ਭਿਓ ਵਿਖਿਆਤਾ, ਸੋਈ ਭਵਾਨੀ ਨਾਮ ਕਹਾਈ, ਜਿਨ ਸਗਰੀ ਇਹ ਸ੍ਰਿਸ਼ਟੀ ਉਪਾਈ। ਵੀ ਇੱਕ ਤਾਤਾ ਇੱਕ ਪਿਓ ਤੋਂ ਮਾਂ ਅਲੱਗ ਹੋਈ, ਉਸ ਨੇ ਸ਼ਕਤੀ ਵੰਡੀ ਅਤੇ ਤਾਂ ਇਹ ਸ੍ਰਿਸ਼ਟੀ ਪੈਦਾ ਹੋਈ। ਉਹੀ ਗੱਲ ਇੱਥੇ ਆਈ ਆ, ਇੱਕਾ ਮਾਈ ਜੁਗਤੀ ਵਿਆਹੀ ਤਿਨੀ ਚੇਲੇ ਪ੍ਰਵਾਨ। ਵੀ ਇੱਕ ਮਾਈ ਇੱਕ ਸ਼ਕਤੀ ਜੁਗਤ ਨਾਲ ਜਨਮ ਦੇਤੇ ਉਹਨੇ ਸਾਰਿਆਂ ਨੂੰ, ਤਿਨੀ ਚੇਲੇ ਪ੍ਰਵਾਨ। ਇੱਥੇ ਤਿਨੀ ਹੈ, ਇਹ 3 ਨਹੀਂ ਹੈਗਾ। ਤਾਂ 3 ਸਿਆਰੀ ਨੰਨੂ ਸਿਆਰੀ ਤਿਨੀ ਲਿਪੀ ਵਰਤੀ ਹੋਈ ਆ, ਪੰਜਾਬੀ ਦੀ ਭਾਸ਼ਾ ਇਹ ਪੰਜਾਬੀ ਨਹੀਂ ਹੈ। ਇਸ ਦੇ ਵਿੱਚ ਜੇ 3 ਲਿਖਾਂਗੇ ਤਾਂ ਤ੍ਰਿਤੀਆ, ਤੀਨ, ਤ੍ਰੈ ਐਵੇਂ ਦੇ ਸ਼ਬਦ ਵਰਤੇ ਹੋਏ ਨੇ 3 ਲਈ। 3 ਕਿਤੇ ਨਹੀਂ ਵਰਤਿਆ ਹੋਇਆ। ਤਿਨੀ ਆ, ਤਿਨੀ ਮਤਲਬ ਉਹਨਾਂ ਦੁਆਰਾ ਜਾਂ ਉਸ ਦੁਆਰਾ, ਜੇ ਇੱਕ ਵਚਨ ਆ ਤਾਂ ਉਸ ਦੁਆਰਾ। ਇੱਕਾ ਮਾਈ ਜੁਗਤੀ ਵਿਆਹੀ ਤਿਨੀ ਚੇਲੇ ਪ੍ਰਵਾਨ, ਉਸ ਦੁਆਰਾ ਚੇਲੇ ਪ੍ਰਵਾਨ ਕੀਤੇ ਪਏ ਨੇ। ਇੱਕ ਮਾਈ ਨੇ ਚੇਲੇ ਜੰਮੇ ਨੇ। ਇਹ ਜੀਵਨ ਦੀ ਸ਼ੁਰੂਆਤ ਆ। ਹੁਣ ਕਿਉਂ ਜੰਮੇ ਨੇ ਇਹਦਾ ਕਿਤੇ ਡਿਸਕਸ ਨਹੀਂ ਹੋਈ ਨਾ ਇਹਨੂੰ ਕੋਈ ਦੱਸ ਸਕਦਾ ਉਹਦੀ ਵਜ੍ਹਾ ਕੀ ਸੀ। ਜਿਹਨੂੰ ਆਪਾਂ ਹਰੀ ਕਹਿੰਦੇ ਆ ਉਹਨੂੰ ਹੀ ਸ਼ਿਵ ਕਹਿੰਦੇ ਆ। ਸ਼ਿਵ ਨੇ ਸ਼ਕਤੀ ਪੈਦਾ ਕੀਤੀ ਆ, ਇਹ ਮਾਈ ਸ਼ਕਤੀ ਆ, ਇਹਨੂੰ ਹੀ ਭਵਾਨੀ ਕਹਿੰਦੇ ਨੇ। ਐਨਰਜੀ ਜੋ ਇਹ ਸੰਸਾਰ 'ਚ ਚੰਦ ਸੂਰਜ ਬਣੇ ਨੇ, ਜੋ ਐਨਰਜੀ ਕਹਿੰਦੇ ਆ ਉਹ ਸਾਰੀ ਉਹਨੂੰ ਮਾਈ ਕਹਿੰਦੇ ਨੇ, ਭਵਾਨੀ ਕਹਿੰਦੇ ਨੇ, ਸ਼ਕਤੀ ਕਹਿੰਦੇ ਨੇ। ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾਪੇ ਹੁਕਮ ਵਰਤਾਏ, ਹਰੀ ਨੂੰ ਰਚਨਹਾਰ ਕਹਿੰਦੇ ਨੇ। ਇਹ ਗੱਲਾਂ ਉਦੋਂ ਪਤਾ ਲੱਗਦੀਆਂ ਨੇ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਵਿਚਾਰਦੇ ਹਾਂ। ਇੱਕੋ ਸੰਸਾਰੀ, ਇੱਕੋ ਭੰਡਾਰੀ, ਇੱਕੋ ਲਾਏ ਦੀ ਵੰਡ, ਇੱਕੋ ਹੀ ਆ ਇਹ। ਅਸੀਂ ਸਾਰੇ ਜੀਵ ਚੇਲੇ ਪ੍ਰਵਾਨ ਕੀਤੇ ਆ। ਸਾਡੇ ਵਿੱਚ ਹੀ ਨੇ ਸਾਰੇ ਗੁਣ, ਇੱਕ ਵਿੱਚ ਹੀ 3 ਗੁਣ ਨੇ, ਮਾਰਨਾ, ਪੈਦਾ ਕਰਨਾ ਅਤੇ ਪਾਲਣਾ। ਇਹ ਖੇਡ ਖੇਡੀ ਹੋਈ ਹੈ ਇੱਕ। ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਵੀ ਬਾਜੀਗਰ ਨੇ ਇੱਕ ਖੇਡ ਖੇਡੀ ਹੋਈ ਆ, ਖਲਕ ਸਾਰੀ ਤਮਾਸ਼ਾ ਇਹ। ਅਸੀਂ ਆਪਸ 'ਚ ਹੀ ਇੱਕ ਦੂਜੇ ਨੂੰ ਮਾਰੀ ਜਾਂਦੇ ਹਾਂ, ਪੈਦਾ ਕਰੀ ਜਾਂਦੇ ਹਾਂ, ਪਾਲਦੇ ਹਾਂ। ਇੱਕ ਖੇਡ ਆ। ਜੀਵ ਪੈਦਾ ਕੀਤੇ ਨੇ, ਉਹ ਜੀਵ ਪੈਦਾ ਹੋਏ ਨੇ, ਜੀਵ ਆਪਸ 'ਚ ਖੇਡੀ ਜਾਂਦੇ ਨੇ, ਇੱਕ ਦੂਜੇ ਨੂੰ ਜੰਮਦੇ ਨੇ, ਮਾਰਦੇ ਨੇ, ਪਾਲਦੇ ਨੇ। ਗੱਲ ਆਉਂਦੀ ਆ ਇਨਸਾਨਾਂ 'ਤੇ। ਜਿੰਨਾ ਚਿਰ ਉਹ ਭਾਣੇ 'ਚ ਚੱਲਦੇ ਨੇ ਉਹਨਾਂ 'ਚ ਹਉਮੈ ਨਹੀਂ ਗੀ, ਈਗੋ ਨਹੀਂ ਆਉਂਦੀ, ਉਹਨਾਂ ਚਿਰ ਤਾਂ ਉਹ ਇੱਕੋ ਤਰਤੀਬ ਲਾਈਨ 'ਚ ਸੀਕੁਐਂਸ 'ਚ ਜੰਮਦੇ ਨੇ, ਮਰਦੇ ਨੇ। ਪਰ ਜਦੋਂ ਇਨਸਾਨ ਦੇ ਰੂਪ ਦੇ ਵਿੱਚ ਆਉਂਦੇ ਨੇ, ਡਿਵੈਲਪਮੈਂਟ ਹੋ ਕੇ ਉੱਤੇ ਆਉਂਦੇ ਨੇ, ਇਨਸਾਨ ਦੇ ਵਿੱਚ ਉਹ ਭਾਣੇ ਤੋਂ ਅਲੱਗ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਤਰੇੜ ਪੈ ਜਾਂਦੀ ਆ, ਉਹ ਆਪਣੀ ਈਗੋ ਕ੍ਰੀਏਟ ਕਰ ਲੈਂਦੇ ਨੇ ਇਨਸਾਨ। ਉਹ ਆਪਣੇ ਢੰਗ ਨਾਲ ਜਿਉਂਦੇ ਨੇ ਭਾਣੇ ਤੋਂ ਅਲੱਗ ਹੋ ਕੇ, ਫਿਰ ਪੈਦਾ ਹੋਈ ਜਾਂਦੇ ਨੇ, ਜੰਮੀ ਜਾਂਦੇ ਨੇ, ਪੈਦਾ ਹੋਈ ਜਾਂਦੇ ਨੇ। ਪਰ ਜੇ ਇਹ ਜਿਵੇਂ ਪਿੱਛੇ ਜਾਨਵਰ ਭਾਣੇ 'ਚ ਚੱਲਦੇ ਨੇ, ਪਿੱਛੇ ਸਾਰੀਆਂ ਪੌੜੀਆਂ ਚੜ੍ਹਦੇ ਆਏ ਨੇ, ਉਸੇ ਤਰ੍ਹਾਂ ਇਨਸਾਨ ਦੀ ਪੌੜੀ ਵੀ ਚੜ੍ਹ ਜਾਈਏ ਤਾਂ ਇਹ ਵੀ ਪਾਰ ਹੋ ਜੂਗੀ। ਫਿਰ ਕੋਈ ਜਨਮ ਨਹੀਂ ਹੈਗਾ, ਇਹ ਆਖਰੀ ਪੌੜੀ ਆ। ਇਸ ਪੌੜੀ 'ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਏ ਦਾ। ਇਸ ਲਈ ਜਦੋਂ ਅਸੀਂ ਇਸ ਨੂੰ ਇਸ ਢੰਗ ਨਾਲ ਦੇਖਾਂਗੇ ਕਿ ਇੱਕ ਖੇਡ ਖੇਡੀ ਗਈ ਆ, ਅਸੀਂ ਉਸ ਖੇਡ ਦਾ
ਹਿੱਸਾ ਜੋ ਅਸੀਂ ਕਰ ਰਹੇ ਹਾਂ ਉਹ ਇੱਕ ਖੇਡ ਦਾ ਹਿੱਸਾ। ਸਾਡੇ ਕੀਤੇ 'ਤੇ ਕੁਛ ਨਹੀਂ ਹੋਣਾ। ਜਦੋਂ ਇਸ ਤਰੀਕੇ ਨਾਲ ਇਸ ਖੇਡ ਨੂੰ ਸਮਝਾਂਗੇ ਫਿਰ ਕਰਮ ਖਤਮ ਹੁੰਦੇ ਨੇ, ਹਉਮੈ ਖਤਮ ਹੁੰਦੀ ਆ ਅਸਲ 'ਚ ਜਦੋਂ ਕਰਮ ਖਤਮ ਹੁੰਦੇ ਨੇ। ਹਉਮੈ ਕਰਕੇ ਹੀ ਅਸੀਂ ਕਰਮ ਮੰਨਦੇ ਹਾਂ, ਹਉਮੈ ਕਰਕੇ ਅਸੀਂ ਆਪਣਾ ਵਜੂਦ ਮੰਨਦੇ ਹਾਂ, ਵੀ ਅਸੀਂ ਕੁਛ ਕਰ ਰਹੇ ਹਾਂ। ਫਿਰ ਅਸੀਂ ਕ੍ਰੀਏਟ ਕਰਦੇ ਹਾਂ ਵੀ ਅਸੀਂ ਕੁਛ ਗਲਤ ਕਰਦੇ ਹਾਂ ਜਾਂ ਅਸੀਂ ਇਹ ਠੀਕ ਕੀਤਾ। ਇਹ ਅਸੀਂ ਸਾਰਾ ਕੁਛ ਲਿਖਦੇ ਹਾਂ, ਅਸੀਂ ਇਹ ਗਲਤ ਲਿਖਦੇ ਹਾਂ। ਤਾਂ ਹੀ ਕਹਿੰਦੇ ਨਾਨਕ ਤਿਨਕਾ ਲੇਖਾ ਪਾਟਿਆ, ਵੀ ਜਿਨ੍ਹਾਂ ਨੇ ਹਉਮੈ ਖਤਮ ਕਰ ਲਈ, ਜਿਨ੍ਹਾਂ ਦੀ ਮੈਂ ਖਤਮ ਹੋ ਗਈ, ਉਹਨਾਂ ਦਾ ਲੇਖਾ ਪਾਟਿਆ ਗਿਆ। ਉਹ ਸਿਰਫ ਭਰਮ ਦੇ ਵਿੱਚ ਲਿਖਿਆ ਸੀਗਾ ਅਸੀਂ ਵੀ ਆਹ ਮੈਂ ਗਲਤ ਕੀਤਾ, ਸਹੀ ਕੀਤਾ, ਮੈਂ ਪਾਪ ਕੀਤਾ, ਪੁੰਨ ਕੀਤਾ। ਪਾਪ ਪੁੰਨ ਤੈ ਭਈ ਕਹਾਵਤ, ਉੱਥੇ ਕਹਾਵਤ ਰਹਿ ਜਾਂਦੀ ਆ ਜਦੋਂ ਹਉਮੈ ਖਤਮ ਹੋ ਜਾਂਦੀ ਆ। ਕਰਮ ਸਿਰਫ ਹਉਮੈ ਦੇ ਭਰਮ ਕਰਕੇ ਆ। ਹਉਮੈ ਇੱਕ ਬਿਮਾਰੀ ਅਜਿਹੀ ਆ, ਹਉਮੈ ਕਰਕੇ ਜਨਮ ਹੁੰਦਾ। ਇਹੀ ਗੱਲ ਅਰਜਨ ਦੇਵ ਜੀ ਵੀ ਬਾਣੀ ਦੇ ਵਿੱਚ ਦੱਸਦੇ ਨੇ, ਸੁਖਮਨੀ ਸਾਹਿਬ ਦੇ ਵਿੱਚ। ਭਰਮ ਕਰਮ ਦੀ ਗੱਲ 278 ਪੇਜ 'ਤੇ ਜਦੋਂ ਸੁਖਮਨੀ ਸਾਹਿਬ ਪੜ੍ਹਦੇ ਆ, ਉਹਦੀ ਜਿਹੜੀ 12ਵੀਂ ਅਸ਼ਟਪਦੀ ਦਾ ਚੌਥਾ ਪਦਾ, ਉਹਦੇ ਵਿੱਚ ਇਸੇ ਕਰਮ ਦੇ ਉੱਤੇ ਡਿਟੇਲ ਦੇ ਵਿੱਚ ਲਿਖਿਆ ਗਿਆ। ਜਦੋਂ ਪੜ੍ਹਾਂਗੇ ਇਹ ਚੀਜ਼ਾਂ ਆਪਣੇ ਆਪ ਸਮਝ ਆ ਜਾਂਦਾ। ਜਬ ਲਗ ਜਾਣੇ ਮੁਝ ਤੇ ਕਛੂ ਹੋਏ, ਜਦੋਂ ਤੱਕ ਇਹਨੂੰ ਲੱਗਦਾ ਹੋਵੇ ਮੈਂ ਕੁਛ ਕਰਦਾ। ਤਬ ਇਸ ਕੋ ਸੁਖ ਨਾ ਹੀ ਕੋਈ, ਉਹਨਾਂ ਚਿਰ ਇਹਨੂੰ ਕੋਈ ਸੁੱਖ ਨਹੀਂ ਗਾ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਦਾ, ਜਦੋਂ ਤੱਕ ਇਹਨੂੰ ਲੱਗਦਾ ਰਹੂਗਾ ਵੀ ਮੈਂ ਕੁਛ ਕਰਦਾ, ਮੇਰੇ ਤੋਂ ਕੁਛ ਹੋਇਆ ਹਉਮੈ ਕਰਕੇ, ਉਦੋਂ ਤੱਕ ਇਹ ਗਰਭ ਜੋਨ 'ਚ ਫਿਰਦਾ ਰਹੂਗਾ। ਜਬ ਧਾਰੇ ਕੋ ਬੈਰੀ ਮੀਦ, ਤਬ ਲਗ ਨਿਹਚਲ ਨਾਹੀ ਜਿਦ। ਹਉਮੈ ਕਰਕੇ ਸਾਰੀ ਖੇਡ ਆ ਇਹ, ਹਉਮੈ ਦੇ ਕਰਕੇ, ਹਉਮੈ ਦਾ ਹੀ ਦੱਸਿਆ ਹੋਇਆ ਵੀ ਜਦੋਂ ਇਹ ਧਾਰ ਲੈਂਦਾ ਵੀ ਇਹ ਮੇਰਾ ਵੈਰੀ ਆ, ਆਹ ਮੇਰਾ ਮਿੱਤਰ ਆ, ਉਹਨਾਂ ਚਿਰ ਇਹਦਾ ਦਿਲ ਨਹੀਂ ਖੜਨਾ ਹੈਗਾ ਮਿੱਤਰਾਂ ਵੱਲ। ਮਿੱਤਰਾਂ ਨੂੰ ਜ਼ਿਆਦਾ ਦਊਗਾ, ਵੈਰੀਆਂ ਨੂੰ ਦੇਖ ਕੇ ਕੁੜਦਾ ਰਹੂਗਾ, ਵੈਰੀਆਂ ਨੂੰ ਦੇਖ ਕੇ ਖਿੱਚਦਾ ਰਹਿਣਾ। ਇਹਦਾ ਚਿੱਤ ਨਿਹਚਲ, ਟਿਕਦਾ ਨਹੀਂ ਗਾ ਇਹਦਾ ਚਿੱਤ ਫਿਰ ਉਹਨਾਂ ਚਿਰ। ਜਿਹੜੀ ਕਰਮ ਫਿਲੋਸਫੀ ਆ ਇਹ ਬਾਕੀ ਸਾਰੀਆਂ ਮੱਤਾਂ 'ਚ ਗਿਣੀ ਜਾਂਦੀ ਆ। ਗੁਰਮਤ ਦੇ ਵਿੱਚ ਕਰਮ ਫਿਲੋਸਫੀ ਨੂੰ ਡਿਨਾਈ ਕੀਤਾ ਗਿਆ। ਇਹ ਵਹਿਮ ਆ ਇੱਕ ਕਰਮ ਫਿਲੋਸਫੀ ਦਾ। ਇਹ ਉਹਨਾਂ ਚਿਰ ਆ ਜਿੰਨਾ ਚਿਰ ਹਉਮੈ ਆ। ਜਦੋਂ ਭਰਮ ਖਤਮ ਹੋ ਗਿਆ ਫਿਰ ਕਰਮ ਵੀ ਖਤਮ ਹੋ ਗਿਆ। ਜਿੰਨਾ ਚਿਰ ਜਿਉਂਦੇ ਆ, ਜੇ ਇਸ ਚੀਜ਼ਾਂ ਨੂੰ ਕਰਮ ਨੂੰ ਮੰਨਾਂਗੇ, ਜਿੰਨਾ ਚਿਰ ਜਿਉਂਦੇ ਆ ਇਹ ਕਰਮ ਤੋਂ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਖਾਣ ਲਈ ਕੁਛ ਮਾਰਨਾ ਪੈਣਾ ਹੀ ਆ। ਜੀਆਂ ਕਾ ਆਹਾਰ ਜੀ ਆ। ਜੋ ਅਸੀਂ ਮੰਨਦੇ ਹਾਂ ਉਸ ਤਰੀਕੇ ਦੇ ਕਰਮ ਨਹੀਂ ਹੁੰਦੇ, ਪਾਪ ਪੁੰਨ ਨਹੀਂ ਹੁੰਦੇ। ਇਸ ਲਈ ਇਹ ਕਰਮਾਂ ਦੇ ਲੇਖੇ ਜੋਖੇ 'ਚੋਂ ਤਾਂ ਜਪਜੀ ਸਾਹਿਬ ਦੇ ਵਿੱਚ ਹੀ ਕੱਢਤਾ ਸੀ ਪਹਿਲਾਂ ਹੀ। ਜਪਜੀ ਸਾਹਿਬ ਦੀ ਬਾਣੀ ਨੂੰ ਉਸ ਨਜ਼ਰ ਨਾਲ ਕਦੇ ਪੜ੍ਹਿਆ ਹੀ ਨਹੀਂ। ਜੇ ਪੜ੍ਹਿਆ ਹੁੰਦਾ ਤਾਂ ਅੱਜ ਸਿੱਖ ਇਹੋ ਜਿਹੇ ਕੁਛ ਨਾ ਕਰਦੇ ਹੁੰਦੇ। ਜੋ ਵੀ ਨਕਲੀ ਪਖੰਡ ਦੇ ਧਰਮਾਂ ਦਾ ਧੰਦਾ ਉਹ ਸਾਰਾ ਚੌਪਟ ਕੀਤਾ ਹੋਇਆ। ਇਹ ਤਾਂ ਅਜੇ ਫਿਰ ਵੀ 30ਵੀਂ ਪੌੜੀ ਚੱਲ ਰਹੀ ਆ। ਇਸ ਤੋਂ ਪਹਿਲਾਂ ਚੌਥੀ ਪੌੜੀ ਦੇ ਵਿੱਚ ਹੀ ਆ ਗਈ ਸੀ ਇਹ ਗੱਲ। ਕਰਮੀ ਆਵੈ ਕੱਪੜਾ ਨਦਰੀ ਮੁਖ ਦਵਾਰ, ਵੀ ਜਿਹੜੇ ਕਰਮ ਕਰਦੇ ਆ ਅਸਲ 'ਚ ਜਿਹੜੇ ਸਾਰੇ ਧਰਮਾਂ ਦੇ ਵਿੱਚ ਇਹ ਗੱਲਾਂ ਮੰਨੀਆਂ ਜਾਂਦੀਆਂ ਨੇ ਵੀ ਜਿਹੜੇ ਆਪਾਂ ਕਰਮ ਕਰਦੇ ਆ ਉਹਨਾਂ ਵਿੱਚ ਕਈ ਚੰਗੇ ਕਰਮ ਹੁੰਦੇ ਨੇ, ਕਈ ਮਾੜੇ ਕਰਮ ਹੁੰਦੇ ਨੇ, ਕਈ ਨੈਗੇਟਿਵ, ਕਈ ਪੋਜ਼ੀਟਿਵ। ਨੈਗੇਟਿਵ ਮਾਈਨਸ ਵਾਲੇ, ਪੋਜ਼ੀਟਿਵ ਪਲੱਸ ਵਾਲੇ। ਜਿਵੇਂ ਦਾਨ ਪੁੰਨ ਕਰਨਾ ਪੋਜ਼ੀਟਿਵ ਕਰਮ ਆ, ਕਿਸੇ ਦਾ ਦਿਲ ਦਿਖਾ ਦੇਣਾ ਨੈਗੇਟਿਵ ਕਰਮ ਆ। ਵੀ ਸਾਡੇ ਪੋਜ਼ੀਟਿਵ ਕਰਮ ਨੈਗੇਟਿਵ ਕਰਮਾਂ ਤੋਂ ਵੱਧ ਹੋਣੇ ਚਾਹੀਦੇ ਨੇ। ਪੋਜ਼ੀਟਿਵ ਕਰਮ ਨੈਗੇਟਿਵ ਕਰਮਾਂ ਨੂੰ ਕੱਟਦੇ ਨੇ, ਵੀ ਜੇ ਸਾਡਾ ਪਲੱਸ 'ਚ ਹੋਊਗਾ ਫਿਰ ਸਾਨੂੰ ਮੁਕਤੀ ਮਿਲ ਸਕਦੀ ਆ। ਇਸ ਤਰ੍ਹਾਂ ਦੀ ਇੱਕ ਥਿਊਰੀ ਬਣਾਈ ਹੋਈ ਆ, ਉਸ ਦੇ ਰਿਲੇਟਡ ਸਾਰਾ ਧਰਮ ਚੱਲਦਾ। ਇਹ ਸਾਰਾ ਦਾਨ ਪੁੰਨ ਉਸੇ ਦਾ ਵੀ ਜੇ ਅਸੀਂ ਕੋਈ ਗਲਤ ਕੰਮ ਕਰਦੇ ਹਾਂ, ਅਸੀਂ ਦਾਨ ਦੇ ਕੇ, ਗਲਤ ਕੰਮ ਨੈਗੇਟਿਵ ਕਰਮ ਆ, ਦਾਨ ਦੇ ਕੇ ਪੋਜ਼ੀਟਿਵ ਕੰਮ ਕਰਕੇ ਉਹਨੂੰ ਨੈਗੇਟਿਵ ਨੂੰ ਪੋਜ਼ੀਟਿਵ ਕਰ ਦਾਂਗੇ, ਮਾਈਨਸ ਨੂੰ ਪਲੱਸ 'ਚ ਕਰ ਦਾਂਗੇ, ਵੀ ਫਿਰ ਸਾਡਾ ਕਰਮ ਕੱਟਿਆ ਜਾਊ, ਫਿਰ ਅਸੀਂ ਪਲੱਸ 'ਚ ਹੋ ਜਾਵਾਂਗੇ, ਫਿਰ ਸਾਨੂੰ ਮੁਕਤੀ ਮਿਲਣ ਦੇ ਚਾਂਸ ਨੇ। ਇਹ ਸਭ ਥਿਊਰੀਆਂ ਨੇ। ਇਹਨਾਂ ਨੂੰ ਇਹ ਕੱਟਿਆ ਹੈ ਵੀ ਜਿੰਨੇ ਮਰਜ਼ੀ ਕਰਮ ਕਰ ਲਓ, ਜਿੰਨੇ ਚਾਹੇ ਸਾਰੇ ਪਲੱਸੇ ਪਲੱਸ ਲਈ ਜਾਓ, ਦਾਨ ਹੀ ਕਰੀ ਜਾਓ, ਉਹਦੇ ਨਾਲ ਤਾਂ ਕੱਪੜਾ ਹੀ ਮਿਲਣਾ, ਕੱਪੜਾ ਵੀ ਜਨਮੇ ਮਿਲਣਾ, ਦੁਬਾਰਾ ਜਨਮ ਫੇਰ ਹੋ ਜਾਣਾ। ਨਦਰੀ ਮੁਖ ਦਵਾਰ, ਮੁਕਤੀ ਦਾ ਦਵਾਰ, ਮੁਖ ਦਵਾਰ ਤਾਂ ਨਜ਼ਰ ਨਾਲ ਹੋਣਾ। ਨਜ਼ਰ ਤਾਂ ਹੋਊਗੀ ਜੇ ਅੰਦਰ ਸੱਚ ਜਾਣਨ ਦੀ ਭੁੱਖ ਹੋਊਗੀ। ਹਉਮੈ ਰਹਿਤ ਮਨ ਅੰਦਰ ਸੱਚ ਜਾਣਨ ਦੀ ਭੁੱਖ ਹੋ ਸਕਦੀ ਆ। ਜਿੰਨਾ ਚਿਰ ਹਉਮੈ ਆ, ਸੱਚ ਜਾਣਨ ਦੀ ਤਾਂ ਕਿ ਨਹੀਂ ਉੱਠਣੀ ਹੈਗੀ ਸਾਡੇ ਅੰਦਰ। ਸਾਰੀ ਕਹਾਣੀ ਉੱਥੇ ਹੀ ਖੜੀ ਆ। ਇਸ ਲਈ ਇਹ ਸਟਾਰਟਿੰਗ ਦੇ ਵਿੱਚ ਹੀ ਗੱਲਾਂ ਆ ਰਹੀਆਂ ਨੇ। ਜੋ ਅੱਜ ਹੋ ਰਿਹਾ, ਅੱਜ ਸਿੱਖ ਮਤ ਵਿੱਚ ਵੀ ਪਾਪ ਪੁੰਨ ਅਤੇ ਆਹ ਦਾਨ ਪੁੰਨ ਚੱਲ ਰਹੇ ਨੇ।
ਅੰਮ੍ਰਿਤਸਰ ਸਰੋਵਰ 'ਚ ਜਾ ਕੇ ਨਹਾ ਕੇ ਇਸ਼ਨਾਨ, ਇਹ ਸਾਰਾ ਉਹ ਦੂਸਰੀਆਂ ਮੱਤਾਂ ਤੋਂ ਪ੍ਰਭਾਵਿਤ ਹੋ ਗਿਆ। ਸਨਾਤਨੀ ਸਿੱਖ ਨੇ ਜਿਹੜੇ, ਜਾਂ ਇਹਨਾਂ ਨੂੰ ਸਮਝ ਨਹੀਂ, ਉਹ ਧਰਮ ਦੇ ਠੇਕੇਦਾਰ ਬਣ ਗਏ। ਉਹਨਾਂ ਨੇ ਇਹ ਸਾਰੀ ਕਹਾਣੀ ਉਲਝਾਈ ਹੋਈ ਆ। ਗੁਰਬਾਣੀ ਕੁਛ ਹੋਰ ਕਹਿ ਰਹੀ ਆ ਅਤੇ ਸਿੱਖ ਕੁਛ ਹੋਰ ਕਰ ਰਹੇ ਨੇ। ਇਹ ਅੱਜ ਵਿਰੋਧ ਹੋ ਰਿਹਾ ਗੁਰਬਾਣੀ ਦਾ ਹੀ। ਇਹ ਅਸਲੀ ਨਿਰਾਦਰਤਾ ਸਿੱਖ ਕਰ ਰਹੇ ਨੇ, ਹੋਰ ਤਾਂ ਕਿਸੇ ਨੇ ਕੀ ਨਿਰਾਦਰ ਕਰਨਾ। ਅਸੀਂ ਗੁਰਬਾਣੀ ਨੂੰ ਨਾ ਮੰਨ ਕੇ ਅਸਲੀ ਨਿਰਾਦਰ ਕਰ ਰਹੇ ਹਾਂ। ਇੰਨੀ ਅਣਮੁੱਲੀ ਸਿੱਖਿਆ ਦੇਣ ਵਾਲੀ ਗੁਰਬਾਣੀ, ਮੱਥਾ ਟੇਕਣ ਵਾਲਾ ਛੁਣਛਣਾ ਸਮਝ ਲਿਆ ਵੀ ਅਸੀਂ ਮੱਥਾ ਟੇਕ ਕੇ ਇਹਨੂੰ ਵਡਿਆ ਲਾਂਗੇ ਪਰਮੇਸ਼ਰ ਨੂੰ।